हाँ जी प्यारे बच्चों नमस्कार। अज आपां जमात 10वीं विशा समाजिक सिक्ख्या पाठ नंबर 1 भारत एक जान पहचान दे प्रश्न उत्तर करांगे। प्रश्न नंबर 1 की भारत एक उप महाद्वीप है। उत्तर अपनी विशालता के कारण ही भारत नूं एक उप महाद्वीप कहा जाता है। ਭਾਰਤ ਨੂੰ ਉੱਤਰ ਦਿਸ਼ਾ ਵਿੱਚ ਹਿਮਾਲਿਆ ਪਰਬਤ ਸ਼੍ਰੇਣੀਆਂ ਤਿੱਬਤ ਤੋਂ ਅਲੱਗ ਕਰਦੀਆਂ ਹਨ। ਦੱਖਣ ਵਿੱਚ ਪਾਕ ਜਲ ਡਮਰੂ ਅਤੇ ਮਨਾਰ ਦੀ ਖਾੜੀ ਇਸ ਨੂੰ ਸ਼੍ਰੀਲੰਕਾ ਤੋਂ ਅਲੱਗ ਕਰਦੀਆਂ ਹਨ। ਪੂਰਬ ਵਿੱਚ ਅਰਾਕਾਨ ਜੋਮਾ ਇਸ ਨੂੰ ਮਨਮਾਰ ਤੋਂ ਅਲੱਗ ਕਰਦੀਆਂ ਹਨ। ਪੱਛਮ ਵਿੱਚ ਵਿਸ਼ਾਲ ਮਾਰੂਥਲ ਇਸ ਨੂੰ ਪਾਕਿਸਤਾਨ ਤੋਂ ਵੱਖ ਕਰ ਦਿੰਦਾ ਹੈ। ਪ੍ਰਸ਼ਨ ਨੰਬਰ 2 ਭਾਰਤੀ ਸੱਭਿਆਚਾਰ ਵਿੱਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ। ਉੱਤਰ ਭਾਰਤ ਵਿੱਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਕਾਰਨ ਲੋਕਾਂ ਦੀ ਬੋਲੀ ਰਹਿਣ ਸਹਿਣ ਪਹਿਰਾਵਾ ਲੋਕ ਨਾਚ ਤਿਉਹਾਰ ਅਤੇ ਰੀਤੀ ਰਿਵਾਜ ਆਦਿ ਵਿੱਚ ਭਿੰਨਤਾ ਮਿਲਦੀ ਹੈ। ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਕੇਵਲ 23 ਭਾਸ਼ਾਵਾਂ ਦੇਸ਼ ਦੇ 97% ਭਾਗ ਵਿੱਚ ਬੋਲੀਆਂ ਜਾਂਦੀਆਂ ਹਨ। ਦੱਖਣ ਉੱਤਰ ਅਤੇ ਪੂਰਬ ਵਿੱਚ ਭਾਰਤ ਨਾਟਿਅਮਜ਼ ਕਥਕਲੀ ਕਥਕ ਕੁਚੀਪੁੜੀ ਅਤੇ ਮਨੀਪੁਰੀ ਨਾਚ ਪ੍ਰਚਲਿਤ ਹਨ। ਇੱਥੇ ਕਈ ਧਰਮਾਂ ਦੇ ਲੋਕ ਵੀ ਰਹਿੰਦੇ ਹਨ। ਪ੍ਰਸ਼ਨ ਨੰਬਰ 4 ਭਾਰਤ ਦੇ ਸਥਾਨਿਕ ਵਿਸਥਾਰ ਤੇ ਨੋਟ ਲਿਖੋ। ਉੱਤਰ ਭਾਰਤ 8 ਡਿਗਰੀ 4 ਮਿੰਟ ਤੋਂ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ਾਂ ਵਿਚਾਲੇ ਹੈ ਅਤੇ 68 ਡਿਗਰੀ 7 ਮਿੰਟ ਤੋਂ 97 ਡਿਗਰੀ 25 ਮਿੰਟ ਪੂਰਬੀ ਦਸ਼ਾਂਤਰਾਂ ਵਿਚਾਲੇ ਹੈ। ਕਰਕ ਰੇਖਾ ਇਸ ਨੂੰ ਉੱਤਰੀ ਅਤੇ ਦੱਖਣੀ ਦੋ ਹਿੱਸਿਆਂ ਵਿੱਚ ਵੰਡਦੀ ਹੈ। ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਇਸ ਦੀ ਲੰਬਾਈ 3214 ਕਿਲੋਮੀਟਰ ਹੈ। ਇਸੇ ਤਰ੍ਹਾਂ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਪੱਛਮ ਵਿੱਚ ਕੱਛ ਦੀ ਖਾੜੀ ਤੱਕ ਇਸ ਦੀ ਚੌੜਾਈ 2933 ਕਿਲੋਮੀਟਰ ਹੈ। ਪ੍ਰਸ਼ਨ ਨੰਬਰ 5 ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇੱਕ ਰੂਪਤਾ ਨੂੰ ਕੀ ਦੇਣ ਹੈ। ਉੱਤਰ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਵੇਦਾਂ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੱਕ ਦੇਖਣ ਨੂੰ ਮਿਲਦਾ ਹੈ। ਕਈ ਦੇਸ਼ਕ ਭਾਸ਼ਾਵਾਂ ਦਾ ਮੂਲ ਆਧਾਰ ਵੀ ਸੰਸਕ੍ਰਿਤ ਹੀ ਹੈ। ਅੱਜ ਦੇਸ਼ ਦੇ ਹਰੇਕ ਹਿੱਸੇ ਵਿੱਚ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਨੇ ਕੌਮੀ ਏਕਤਾ ਲਈ ਮਹੱਤਵਪੂਰਨ ਰੋਲ ਨਿਭਾਇਆ ਹੈ। ਲੋਕ ਕਥਾਵਾਂ ਲੋਕ ਗੀਤਾਂ ਲਾਲਿਤ ਕਲਾਵਾਂ ਲੋਕ ਨਾਚਾਂ ਅਤੇ ਨਾਟਕਾਂ ਦੇ ਆਦਾਨ ਪ੍ਰਦਾਨ ਨਾਲ ਵੀ ਦੇਸ਼ ਵਿੱਚ ਇਕਸਾਰਤਾ ਪੈਦਾ ਹੁੰਦੀ ਰਹੀ ਹੈ। ਪ੍ਰਸ਼ਨ ਨੰਬਰ 6 ਭਾਰਤ ਦੀ ਖੇਤਰੀ ਵਿਭਿੰਨਤਾ ਨੂੰ ਕਿਸੇ ਦੋ ਤੱਤਾਂ ਦੁਆਰਾ ਸਮਝਾਓ। ਉੱਤਰ ਵਿਸ਼ਾਲ ਖੇਤਰ ਆਪਣੀ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਨੂੰ ਇੱਕ ਉਪ ਮਹਾਂਦੀਪ ਕਿਹਾ ਜਾਂਦਾ ਹੈ। ਇਸ ਕਰਕੇ ਭਾਰਤ ਵਿੱਚ ਅਨੇਕਤਾਵਾਂ ਮਿਲਦੀਆਂ ਹਨ। ਇੱਥੇ ਹਰੇਕ ਖੇਤਰ ਦੇ ਕੁਦਰਤੀ ਅਤੇ ਮਨੁੱਖੀ ਤੱਤਾਂ ਵਿੱਚ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਧਰਾਤਲ ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜ ਅਰਾਵਲੀ ਪਰਬਤ ਮੌਜੂਦ ਹਨ ਅਤੇ ਦੂਜੇ ਪਾਸੇ ਨਵੇਂ ਜਨਮੇ ਹਿਮਾਲਿਆ ਪਰਬਤ ਹਨ।
ਹਿਮਾਲਿਆ ਪਰਬਤ ਤੋਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਨੇ ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਦੇ ਵਿਸ਼ਾਲ ਉਪਜਾਊ ਮੈਦਾਨ ਬਣਾਏ ਹਨ। ਅਗਲਾ ਪ੍ਰਸ਼ਨ, ਭਾਰਤ ਦੀਆਂ ਅਨੇਕਤਾਵਾਂ ਵਿੱਚ ਏਕਤਾ ਨੂੰ ਦੋ ਤੱਥਾਂ ਨਾਲ ਸਪਸ਼ਟ ਕਰੋ। ਉੱਤਰ, ਸੱਭਿਆਚਾਰ। ਭਾਰਤ ਵਿੱਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਕਾਰਨ ਲੋਕਾਂ ਦੀ ਬੋਲੀ, ਰਹਿਣ ਸਹਿਣ, ਪਹਿਰਾਵਾ, ਲੋਕ ਨਾਚ, ਤਿਉਹਾਰ ਅਤੇ ਰੀਤੀ ਰਿਵਾਜ ਆਦਿ ਵਿੱਚ ਵਿਭਿੰਨਤਾ ਮਿਲਦੀ ਹੈ। ਇਹਨਾਂ ਦੀਆਂ ਭਿੰਨ-ਭਿੰਨ ਲੋਕ ਕਥਾਵਾਂ, ਲੋਕ ਗੀਤਾਂ, ਲਲਿਤ ਕਲਾਵਾਂ, ਲੋਕ ਨਾਚਾਂ ਅਤੇ ਨਾਟਕਾਂ ਦੇ ਆਦਾਨ ਪ੍ਰਦਾਨ ਨਾਲ ਵੀ ਦੇਸ਼ ਵਿੱਚ ਇਕਸਾਰਤਾ ਪੈਦਾ ਹੋਈ ਹੈ। ਭਾਸ਼ਾ। ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਵੇਦਾਂ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੱਕ ਦੇਖਣ ਨੂੰ ਮਿਲਦਾ ਹੈ। ਕਈ ਦੇਸ਼ਕ ਭਾਸ਼ਾਵਾਂ ਦਾ ਮੂਲ ਆਧਾਰ ਵੀ ਸੰਸਕ੍ਰਿਤ ਹੀ ਹੈ। ਧਰਾਤਲ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹਨ ਤਾਂ ਦੱਖਣ ਵਿੱਚ ਪ੍ਰਾਇਦੀਪੀ ਪਠਾਰ। ਪਰ ਧਰਾਤਲੀ ਵਿਭਿੰਨਤਾਵਾਂ ਹੋਣ ਦੇ ਬਾਵਜੂਦ ਮਾਨਸੂਨ ਅਤੇ ਸਾਰੇ ਭਾਰਤ ਵਿੱਚ ਵਰਖਾ ਕਰਦਾ ਹੈ। ਪ੍ਰਸ਼ਨ ਨੰਬਰ 8, ਦੇਸ਼ ਦੀ ਕੁਦਰਤੀ ਵਿਭਿੰਨਤਾ ਨੇ ਸੱਭਿਆਚਾਰ ਵਿਭਿੰਨਤਾ ਪੈਦਾ ਕਰਨ ਵਿੱਚ ਕੀ ਯੋਗਦਾਨ ਪਾਇਆ ਹੈ। ਉੱਤਰ, ਆਪਣੀ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਵਿੱਚ ਕੁਦਰਤੀ ਵਿਭਿੰਨਤਾਵਾਂ ਮਿਲਦੀਆਂ ਹਨ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹਨਾਂ ਇਲਾਕਿਆਂ ਵਿੱਚ ਲੋਕ ਗਰਮ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਂਦੇ ਹਨ। ਪੱਛਮ ਵਿੱਚ ਵਿਸ਼ਾਲ ਮਾਰੂਥਲ ਇਲਾਕੇ ਦੇ ਲੋਕਾਂ ਪਹਿਰਾਵਾ ਅਤੇ ਭੋਜਨ ਵੱਖਰਾ ਹੈ। ਉੱਤਰੀ ਮੈਦਾਨੀ ਇਲਾਕਿਆਂ ਦੇ ਉਪਜਾਊ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਆਰਥਿਕ ਲਾਭ ਹੁੰਦਾ ਹੈ ਜੋ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਰਿਹਾ ਹੈ। ਪ੍ਰਸ਼ਨ ਨੰਬਰ 9, ਜਦੋਂ ਅਰੁਣਾਚਲ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੈ। ਵਿਆਖਿਆ ਕਰੋ। ਉੱਤਰ, ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਦੀ ਦੂਰੀ 2933 ਕਿਲੋਮੀਟਰ ਹੈ ਅਤੇ ਦੋਹਾਂ ਵਿਚਕਾਰ 29 ਡਿਗਰੀ 12 ਮਿੰਟ ਦਾ ਦੇਸ਼ਾਂਤਰੀ ਫਰਕ ਹੈ। ਪੂਰਬ ਦਿਸ਼ਾ ਵਿੱਚ ਹੋਣ ਕਰਕੇ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਪਹਿਲਾਂ ਨਿਕਲਦਾ ਹੈ। 29 ਡਿਗਰੀ 12 ਮਿੰਟ ਦੇ ਦੇਸ਼ਾਂਤਰੀ ਫਰਕ ਕਾਰਨ ਹੀ ਗੁਜਰਾਤ ਵਿੱਚ ਸੂਰਜ 2 ਘੰਟੇ ਦੇਰੀ ਨਾਲ ਨਿਕਲਦਾ ਹੈ। ਕਿਉਂਕਿ ਧਰਤੀ ਆਪਣੀ ਧੁਰੀ ਦੁਆਲੇ 4 ਮਿੰਟਾਂ ਵਿੱਚ 1 ਡਿਗਰੀ ਘੁੰਮਦੀ ਹੈ, ਭਾਵ 29 ਡਿਗਰੀ 12 ਮਿੰਟ ਘੁੰਮਣ ਲਈ ਧਰਤੀ ਨੂੰ ਲਗਭਗ 2 ਘੰਟੇ ਲੱਗਣਗੇ। ਇਸ ਲਈ ਜਦੋਂ ਅਰੁਣਾਚਲ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ। ਵੱਡੇ ਉੱਤਰਾਂ ਦੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਭਾਰਤ ਦਾ ਨਾਂ ਕਿਵੇਂ ਪਿਆ? ਇਸ ਦੇ ਆਕਾਰ ਅਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ। ਉੱਤਰ, ਭਾਰਤ ਦੇ ਨਾਮ ਨਾਲ ਕਈ ਧਾਰਨਾਵਾਂ ਜੁੜੀਆਂ ਹਨ। ਇੱਕ ਧਾਰਨਾ ਅਨੁਸਾਰ ਇਸ ਦਾ ਪਹਿਲਾ ਨਾਮ ਹਿਮਾਚਲ ਸੇਤੂ ਪ੍ਰਿਯਤਮ ਸੀ। ਆਰੀਆ ਜਾਤੀ ਦੇ ਲੋਕਾਂ ਦੇ ਭਾਰਤ ਵਿੱਚ ਆਉਣ ਨਾਲ ਇਸ ਨੂੰ ਆਰੀਆਵਰਤ ਕਿਹਾ ਜਾਣ ਲੱਗਾ। ਰਿਗਵੇਦ ਵਿੱਚ ਇੱਥੋਂ ਦੇ ਇੱਕ ਰਾਜਾ ਭਰਤ ਦੇ ਨਾਮ ਤੇ ਇਸ ਨੂੰ ਭਾਰਤ ਕਿਹਾ ਗਿਆ। ਇੱਕ ਹੋਰ ਧਾਰਨਾ ਅਨੁਸਾਰ ਸਿੰਧੂ ਨਦੀ ਦੇ ਨਾਂ ਤੇ ਯੂਨਾਨੀ ਲੋਕਾਂ ਨੇ ਇਸ ਨੂੰ
ਇੰਡੋਸ ਅਤੇ ਬਾਅਦ ਵਿੱਚ ਰੋਮਨਾਂ ਨੇ ਇਸ ਸ਼ਬਦ ਨੂੰ ਸੁਧਾਰ ਕੇ ਇੰਡਸ ਦਾ ਨਾਂ ਦਿੱਤਾ। ਇਸ ਤਰ੍ਹਾਂ ਅੱਜ ਸਾਡੇ ਦੇਸ਼ ਨੂੰ ਇੰਡੀਆ, ਹਿੰਦੁਸਤਾਨ ਅਤੇ ਭਾਰਤ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਆਕਾਰ ਅਤੇ ਪ੍ਰਬੰਧਕੀ ਵੰਡ। ਦੱਖਣ ਹਿੱਸੇ ਵਿੱਚ ਪ੍ਰਾਇਦੀਪੀ ਪਠਾਰ ਹੋਣ ਕਰਕੇ ਭਾਰਤ ਦੀ ਸ਼ਕਲ ਇੱਕ ਤਿਕੋਣ ਵਰਗੀ ਹੈ। ਇਸ ਦੇ ਇੱਕ ਪਾਸੇ ਅਰਬ ਸਾਗਰ ਅਤੇ ਦੂਜੇ ਪਾਸੇ ਬੰਗਲਾ ਦੀ ਖਾੜੀ ਹੈ। ਇਸ ਸਮੇਂ ਭਾਰਤ ਦੇ ਕੁੱਲ 28 ਪ੍ਰਾਂਤ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਦਿੱਲੀ ਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਦਾ ਰੁਤਬਾ ਦਿੱਤਾ ਗਿਆ ਹੈ। ਪ੍ਰਸ਼ਨ ਨੰਬਰ 2, ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰਕ ਤੋਂ ਕੀ ਪ੍ਰਭਾਵ ਪੈਂਦਾ ਹੈ? ਉੱਤਰ, ਸੁਰੱਖਿਆ। ਭਾਰਤ ਦੇ ਉੱਤਰ ਪੂਰਬ ਵਿੱਚ ਹਿਮਾਲਿਆ ਪਰਬਤ ਇੱਕ ਮਜ਼ਬੂਤ ਕੰਧ ਦਾ ਕੰਮ ਕਰਦਾ ਹੈ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੇਂਦਰੀ ਸਥਿਤੀ ਹੋਣ ਕਰਕੇ ਹੀ ਭਾਰਤ ਨੇ ਇੱਕ ਮਜ਼ਬੂਤ ਸਮੁੰਦਰੀ ਸੈਨਾ ਬਣਾ ਲਈ ਹੈ, ਜਿਸ ਨੇ ਕਈ ਵਾਰ ਸ਼੍ਰੀਲੰਕਾ ਅਤੇ ਮਾਲਦੀਵ ਵਰਗੇ ਛੋਟੇ ਦੇਸ਼ਾਂ ਦੀ ਵੀ ਸਹਾਇਤਾ ਕੀਤੀ ਹੈ। ਜਲਵਾਯੂ। ਹਿੰਦ ਮਹਾਸਾਗਰ ਵਿੱਚ ਬਣਨ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਵਰਖਾ ਕਰਦੀਆਂ ਹਨ। ਇਸ ਤਰ੍ਹਾਂ ਭਾਰਤ ਇੱਕ ਮਾਨਸੂਨੀ ਜਲਵਾਯੂ ਵਾਲਾ ਦੇਸ਼ ਹੈ। ਵਪਾਰ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਸਥਿਤੀ ਨੇ ਇਸ ਦੇ ਵਪਾਰ ਨੂੰ ਯੂਰਪ ਅਤੇ ਅਮਰੀਕਾ ਨਾਲ ਜੋੜਿਆ ਹੈ। ਦੂਜੇ ਪਾਸੇ ਆਸਟ੍ਰੇਲੀਆ, ਅਫਰੀਕਾ ਅਤੇ ਏਸ਼ੀਆ ਦੇ ਦੇਸ਼ ਵੀ ਭਾਰਤ ਨਾਲ ਵਪਾਰਿਕ ਸੰਬੰਧ ਕਾਇਮ ਕਰਦੇ ਹਨ। ਸੱਭਿਆਚਾਰ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਲੋਕ ਗਰਮ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਂਦੇ ਹਨ। ਪੱਛਮ ਵਿੱਚ ਵਿਸ਼ਾਲ ਮਾਰੂਥਲੀ ਇਲਾਕੇ ਦੇ ਲੋਕਾਂ ਦਾ ਪਹਿਰਾਵਾ ਅਤੇ ਭੋਜਨ ਵੱਖਰਾ ਹੈ। ਬਾਹਰੋਂ ਆਏ ਵੱਖ-ਵੱਖ ਪ੍ਰਜਾਤੀਆਂ ਦੇ ਲੋਕਾਂ ਨੇ ਭਾਰਤ ਦੇ ਸੱਭਿਆਚਾਰ ਨੂੰ ਅਮੀਰ ਕੀਤਾ ਹੈ। ਪ੍ਰਸ਼ਨ ਨੰਬਰ 3, ਭਾਰਤ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ। ਉੱਤਰ, ਵਿਸ਼ਾਲਤਾ। ਆਪਣੀ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਨੂੰ ਇੱਕ ਉਪ ਮਹਾਂਦੀਪ ਕਿਹਾ ਜਾਂਦਾ ਹੈ। ਇਸ ਕਰਕੇ ਭਾਰਤ ਵਿੱਚ ਅਨੇਕਤਾਵਾਂ ਮਿਲਦੀਆਂ ਹਨ। ਧਰਾਤਲ। ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜ ਅਰਾਵਲੀ ਪਰਬਤ ਮੌਜੂਦ ਹਨ ਅਤੇ ਦੂਜੇ ਪਾਸੇ ਨਵੇਂ ਜਨਮੇ ਹਿਮਾਲਿਆ ਪਰਬਤ ਹਨ। ਹਿਮਾਲਿਆ ਤੋਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਨੇ ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਮੈਦਾਨ ਬਣਾਏ ਹਨ। ਜਲਵਾਯੂ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਹੋਣ ਕਰਕੇ ਪਹਾੜਾਂ ਵਿੱਚ ਠੰਡ ਅਤੇ ਮੈਦਾਨੀ ਇਲਾਕਿਆਂ ਦੀ ਜਲਵਾਯੂ ਕਠੋਰ ਹੁੰਦੀ ਹੈ। ਦੱਖਣੀ ਹਿੱਸਾ ਭੂ-ਮੱਧ ਰੇਖਾ ਦੇ ਕੋਲ ਹੋਣ ਕਰਕੇ ਗਰਮ ਰਹਿੰਦਾ ਹੈ। ਭਾਰਤ ਦੇ ਪੂਰਬ ਵਿੱਚ ਬਹੁਤ ਵਰਖਾ ਹੁੰਦੀ ਹੈ, ਜਦਕਿ ਪੱਛਮ ਵਿੱਚ ਥਾਰ ਮਾਰੂਥਲ ਖੁਸ਼ਕ ਹੀ ਰਹਿੰਦਾ ਹੈ। ਪ੍ਰਵਾਸੀ। ਬਾਹਰੋਂ ਆਏ ਵੱਖ-ਵੱਖ ਪ੍ਰਜਾਤੀਆਂ ਅਤੇ ਧਰਮਾਂ ਦੇ ਲੋਕਾਂ ਨੇ ਭਾਰਤ ਦੇ ਸੱਭਿਆਚਾਰ ਵਿੱਚ ਵਿਭਿੰਨਤਾ ਲਿਆਂਦੀ ਹੈ। ਸੱਭਿਆਚਾਰ। ਭਾਰਤ ਵਿੱਚ ਲੋਕਾਂ ਦੀ ਬੋਲੀ, ਰਹਿਣ-ਸਹਿਣ, ਪਹਿਰਾਵਾ, ਲੋਕ-ਨਾਚ, ਤਿਉਹਾਰ ਅਤੇ ਰੀਤੀ-ਰਿਵਾਜ ਆਦਿ ਵਿੱਚ ਵਿਭਿੰਨਤਾ ਮਿਲਦੀ ਹੈ। ਦੇਸ਼ ਵਿੱਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 4, ਦੇਸ਼ ਵਿੱਚ ਮਿਲਣ ਵਾਲੀ ਖੇਤਰੀ ਵਿਭਿੰਨਤਾ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ? ਉੱਤਰ, ਵਿਸ਼ਾਲਤਾ। ਆਪਣੀ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਨੂੰ ਇੱਕ ਉਪ ਮਹਾਂਦੀਪ ਕਿਹਾ ਜਾਂਦਾ ਹੈ। ਇਸ ਕਰਕੇ ਭਾਰਤ ਵਿੱਚ ਅਨੇਕਤਾਵਾਂ ਮਿਲਦੀਆਂ ਹਨ। ਧਰਾਤਲ। ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜ ਅਰਾਵਲੀ ਪਰਬਤ ਮੌਜੂਦ ਹਨ ਅਤੇ ਦੂਜੇ ਪਾਸੇ ਨਵੇਂ ਜਨਮੇ ਹਿਮਾਲਿਆ ਪਰਬਤ ਹਨ। ਹਿਮਾਲਿਆ ਤੋਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਨੇ ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਮੈਦਾਨ ਬਣਾਏ ਹਨ।
ਜਲਵਾਯੂ ਭਾਰਤ ਦੇ ਉੱਤਰ ਵਿੱਚ ਹਿਮਾਲਿਆ ਹੋਣ ਕਰਕੇ ਪਹਾੜਾਂ ਵਿੱਚ ਠੰਡ ਅਤੇ ਮੈਦਾਨੀ ਇਲਾਕਿਆਂ ਦੀ ਜਲਵਾਯੂ ਕਠੋਰ ਹੁੰਦੀ ਹੈ। ਦੱਖਣੀ ਹਿੱਸਾ ਭੂ-ਮੱਧ ਰੇਖਾ ਦੇ ਕੋਲ ਹੋਣ ਕਰਕੇ ਗਰਮ ਰਹਿੰਦਾ ਹੈ। ਭਾਰਤ ਦੇ ਪੂਰਬ ਵਿੱਚ ਬਹੁਤ ਵਰਖਾ ਹੁੰਦੀ ਹੈ, ਜਦ ਕਿ ਪੱਛਮ ਵਿੱਚ ਥਾਰ ਮਾਰੂਥਲ ਖੁਸ਼ਕ ਹੀ ਰਹਿੰਦਾ ਹੈ। ਪ੍ਰਵਾਸ ਬਾਹਰੋਂ ਆਏ ਵੱਖ-ਵੱਖ ਪ੍ਰਜਾਤੀਆਂ ਅਤੇ ਧਰਮਾਂ ਦੇ ਲੋਕਾਂ ਨੇ ਭਾਰਤ ਦੇ ਸੱਭਿਆਚਾਰ ਵਿੱਚ ਵਿਭਿੰਨਤਾ ਲਿਆਂਦੀ ਹੈ। ਸੱਭਿਆਚਾਰ ਭਾਰਤ ਵਿੱਚ ਲੋਕਾਂ ਦੀ ਬੋਲੀ, ਰਹਿਣ ਸਹਿਣ, ਪਹਿਰਾਵਾ, ਲੋਕ ਨਾਚ, ਤਿਉਹਾਰ ਅਤੇ ਰੀਤੀ ਰਿਵਾਜ ਆਦਿ ਵਿੱਚ ਵਿਭਿੰਨਤਾ ਮਿਲਦੀ ਹੈ। ਦੇਸ਼ ਵਿੱਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 5 ਭਾਰਤ ਦੀ ਅਨੇਕਤਾ ਵਿੱਚ ਏਕਤਾ ਬਾਰੇ ਬਣਾਏ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ? ਸੱਭਿਆਚਾਰ ਭਾਰਤ ਵਿੱਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਕਾਰਨ ਲੋਕਾਂ ਦੀ ਬੋਲੀ, ਰਹਿਣ ਸਹਿਣ, ਪਹਿਰਾਵਾ, ਲੋਕ ਨਾਚ, ਤਿਉਹਾਰ ਅਤੇ ਰੀਤੀ ਰਿਵਾਜ ਆਦਿ ਵਿੱਚ ਵਿਭਿੰਨਤਾ ਮਿਲਦੀ ਹੈ। ਇਹਨਾਂ ਦੀਆਂ ਭਿੰਨ-ਭਿੰਨ ਲੋਕ ਕਥਾਵਾਂ, ਲੋਕ ਗੀਤਾਂ, ਲਲਿਤ ਕਲਾਵਾਂ, ਲੋਕ ਨਾਚਾਂ ਅਤੇ ਨਾਟਕਾਂ ਦੇ ਆਦਾਨ ਪ੍ਰਦਾਨ ਨਾਲ ਵੀ ਦੇਸ਼ ਵਿੱਚ ਇਕਸਾਰਤਾ ਪੈਦਾ ਹੋਈ ਹੈ। ਭਾਸ਼ਾ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਵੇਦਾਂ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੱਕ ਦੇਖਣ ਨੂੰ ਮਿਲਦਾ ਹੈ। ਕਈ ਦੇਸ਼ਕ ਭਾਸ਼ਾਵਾਂ ਦਾ ਮੂਲ ਆਧਾਰ ਵੀ ਸੰਸਕ੍ਰਿਤ ਹੈ। ਧਰਾਤਲ ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹਨ ਤਾਂ ਦੱਖਣ ਵਿੱਚ ਪ੍ਰਾਇਦੀਪੀ ਪਠਾਰ। ਪਰ ਧਰਾਤਲੀ ਵਿਭਿੰਨਤਾਵਾਂ ਹੋਣ ਦੇ ਬਾਵਜੂਦ ਮਾਨਸੂਨ ਸਾਰੇ ਭਾਰਤ ਵਿੱਚ ਵਰਖਾ ਕਰਦਾ ਹੈ। ਪ੍ਰਵਾਸ ਬਾਹਰੋਂ ਆਏ ਵੱਖ-ਵੱਖ ਪ੍ਰਜਾਤੀਆਂ ਅਤੇ ਧਰਮਾਂ ਦੇ ਲੋਕਾਂ ਨੇ ਭਾਰਤ ਦੇ ਸੱਭਿਆਚਾਰ ਵਿੱਚ ਵਿਭਿੰਨਤਾ ਲਿਆਂਦੀ ਹੈ। ਇਸ ਵਿਭਿੰਨਤਾ ਦੇ ਬਾਵਜੂਦ ਵੀ ਸਾਰੇ ਮਿਲ ਜੁਲ ਕੇ ਰਹਿੰਦੇ ਹਨ। ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ। ਧੰਨਵਾਦ।